देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਕਿਸਾਨ ਜਥੇਬੰਦੀਆਂ ਦੁਬਾਰਾ ਤੋਂ ਨਵੇਂ ਸਿਰੇ ਸਰਕਾਰ ਦੇ ਉੱਤੇ ਹੋਰ ਕਿਸ ਤਰ੍ਹਾਂ ਦੇ ਨਾਲ ਦਬਾਅ ਬਣਾਇਆ ਜਾ ਸਕੇ, ਇਸ ਬਾਰੇ ਰਣਨੀਤੀ ਬਣਾ ਰਹੀਆਂ ਨੇ। ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਵਿੱਚ ਫਿਰ ਦੇਸ਼ ਭਰ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਨੇ ਜੋ ਕਾਨੂੰਨ ਬਣਾਏ ਨੇ ਉਹ ਕਿਸਾਨਾਂ ਦੇ ਲਈ ਬਹੁਤ ਫਾਇਦੇਮੰਦ ਹੈਗੇ ਨੇ। ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਦੇ ਇਸ ਸੰਬੋਧਨ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਹੀਆਂ ਨੇ, ਕਿਉਂਕਿ ਹਰ ਐਕਟੀਵਿਟੀ ਤੇ ਬਹੁਤ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ ਕਿ ਸਰਕਾਰ ਦਾ ਰੁਖ ਕਿਸ ਪਾਸੇ ਨੂੰ ਝੁਕਦਾ ਹੋਇਆ ਵਿਖਾਈ ਦੇ ਰਿਹਾ ਹੈ। ਸਾਡੇ ਨਾਲ BKU ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਔਰ ਖਾਸ ਗੱਲ ਇਹ ਵੀ ਹੈਗੀ ਹੈ, ਕਿਸਾਨਾਂ ਦਾ ਇੱਕ ਵਫਦ ਅੱਜ ਵਕੀਲਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਮੀਟਿੰਗ ਕੀਤੀ ਹੈ, ਜਿਨ੍ਹਾਂ ਵਕੀਲਾਂ ਨੇ ਕਿਸਾਨਾਂ ਦਾ ਪੱਖ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਰੱਖਣਾ ਹੈ। ਮਨਜੀਤ ਰਾਏ ਸਾਡੇ ਨਾਲ ਨੇ। ਰਾਏ ਸਾਹਿਬ, ਸਭ ਤੋਂ ਪਹਿਲੇ ਅਸੀਂ ਤੁਰਦੇ ਗੱਲ ਕਰ ਲੈਂਦੇ ਹਾਂ। ਪ੍ਰਧਾਨ ਮੰਤਰੀ ਹੁਣਾਂ ਦੀ ਸਪੀਚ ਤੁਸੀਂ ਸੁਣੀ ਹੈ। ਪ੍ਰਧਾਨ ਮੰਤਰੀ ਨੇ ਲਗਭਗ ਉਹੀ ਗੱਲਾਂ ਕਹੀਆਂ ਨੇ। MSP ਨੂੰ ਲੈ ਕੇ ਫਾਇਦੇ ਦੱਸੇ ਆ, ਕੰਟਰੈਕਟ ਫਾਰਮਿੰਗ ਨੂੰ ਲੈ ਕੇ ਉਹਨਾਂ ਨੇ ਬਹੁਤ ਫਾਇਦੇਮੰਦ ਦੱਸਿਆ। ਕਹਿੰਦੇ ਆਜ਼ਾਦੀ ਦਿਵਾਤੀ ਕਿਸਾਨਾਂ ਨੂੰ। ਔਰ ਵੱਡੀ ਗੱਲ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀਗਾ SDM ਕੋਰਟ ਦਾ, ਕਿ ਸਿਵਲ ਕੋਰਟ ਦੇ ਵਿੱਚ ਜਾਣ ਦਾ ਰਾਈਟ ਨਹੀਂ ਹੈਗਾ। ਗੱਲ ਅਜੇ ਵੀ ਉੱਥੇ ਖੜੀ ਹੈ। ਪ੍ਰਧਾਨ ਮੰਤਰੀ ਕਹਿੰਦੇ ਉਹ ਬਿਹਤਰ ਵਿਕਲਪ ਹੈਗਾ। ਦੇਖੋ, ਗੱਲ ਸਿੱਧੀ ਸਪਸ਼ਟ ਇਹ ਆ ਕਿ ਆਜ਼ਾਦੀ ਨਹੀਂ ਗੁਲਾਮੀ ਵੱਲ ਜਾ ਰਹੇ ਨੇ। ਪਹਿਲਾਂ ਕਿਸਾਨ ਆਜ਼ਾਦ ਸੀਗਾ, ਉਹ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦਾ ਸੀ। ਉਹ ਅੱਗੇ ਵੀ ਆਪਾਂ ਜਿਹੜੀ ਫਸਲ ਲਿਆਉਂਦੇ ਸੀ, ਸਾਡੀ ਸਬਜ਼ੀ ਫਲ ਸਾਰਾ ਕੁਝ ਦਿੱਲੀ ਆ ਕੇ ਵਿਕਦਾ ਸੀ। ਤੇ ਇੱਥੋਂ ਹੁਣ ਤੁਸੀਂ ਵੇਖੋ ਵੀ ਕਣਕ ਤੇ ਝੋਨਾ ਜਿਹੜਾ ਉਹ ਬਿਹਾਰ ਦੇ ਵਿੱਚ MSP ਤੇ ਨਹੀਂ ਵਿਕਦਾ। ਨਹੀਂ 2006 'ਚ ਆ ਕੰਮ ਕੀਤਾ ਹੋਇਆ ਆਲਰੇਡੀ, ਜਿਹੜਾ ਹੁਣ ਪੰਜਾਬ 'ਚ ਲੱਗੇ ਕਰਨ, ਹਰਿਆਣੇ 'ਚ ਕਰਨ ਲੱਗੇ, ਸਾਰੀ ਪੂਰੇ ਭਾਰਤ 'ਚ ਲੱਗੇ ਕਰਨ। ਤੇ ਉਹ ਇੱਥੋਂ ਝੋਨਾ ਜਾ ਕੇ ਪੰਜਾਬ 'ਚ ਵਿਕਦਾ। ਕੋਈ ਰੋਕ ਟੋਕ ਥੋੜੀ ਸੀ ਜੀ। ਇਹ ਤਾਂ ਸਿਰਫ ਪੂੰਜੀਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਦਾ ਇੱਕ ਬਹਾਨਾ ਹੈ। ਉਹ ਸਰਕਾਰ ਬਹਾਨੇ ਘੜ ਕੇ ਤੇ ਪੂੰਜੀਪਤੀਆਂ ਨੂੰ, ਵੱਡਿਆਂ ਨੂੰ ਲਾਭ ਦੇਣਾ ਚਾਹੁੰਦੀ ਹੈ ਤੇ ਸਰਕਾਰ ਨੂੰ ਗੁਲਾਮ ਬਣਾਉਣਾ ਚਾਹੁੰਦੀ ਉਹਨਾਂ ਦਾ। ਇਹ ਕਿਸਾਨ ਨੂੰ ਗੁਲਾਮ ਬਣਾਉਣਾ ਚਾਹੁੰਦੀ। ਇਹ ਗੱਲ ਤੇ ਬਹੁਤ ਸਾਫ਼ ਹੈਗੀ ਹੈ ਕਿ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਕਿਸਾਨੀ ਦੇਣਾ ਚਾਹ ਰਹੀ ਹੈ। ਮੇਰਾ ਸਵਾਲ ਇਹ ਹੈਗਾ, ਤੁਸੀਂ ਹੁਣ ਜਿਸ ਤਰ੍ਹਾਂ ਦੇ ਨਾਲ ਪਾਰਾ ਡਿੱਗ ਰਿਹਾ ਹੈਗਾ, ਬੜੀ ਠੰਡਾਂ ਦੇ ਵਿੱਚ ਇੱਥੇ ਕਿਸਾਨ ਬੈਠੇ ਨੇ, ਮਤਲਬ ਕਿਸਾਨਾਂ ਦੀ ਜਾਨ ਲੱਗੀ ਇੱਥੇ ਠੰਡ ਦੇ ਨਾਲ। ਸਰਕਾਰ ਦੇ ਹਰ ਕਦਮ ਦੇ ਵੱਲ ਨਜ਼ਰ ਰੱਖੀ ਜਾ ਰਹੀ ਹੈ, ਪਰ ਪ੍ਰਧਾਨ ਮੰਤਰੀ ਕਹਿ ਰਹੇ ਆ ਵੀ ਜਿਸ ਤਰ੍ਹਾਂ ਦੇ ਕਹਿੰਦੇ ਕਿ ਜਿੱਦੀ ਆ ਗੱਲ, ਤੇ ਫਿਰ ਉੱਥੇ ਹੀ ਖੜੀ ਹੈ ਅਜੇ ਤੱਕ। ਮੇਰੇ ਪ੍ਰਧਾਨ ਮੰਤਰੀ ਦਾ ਉਹੀ ਰੁਖ ਹੈਗਾ। ਹੁਣ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਸਰਕਾਰ ਜਿੱਦ ਕਰਕੇ ਬੈਠੀ ਹੈ। ਕਿਤੇ ਨਾ ਕਿਤੇ ਇਹ ਲੱਗ ਰਿਹਾ ਸਾਨੂੰ ਕਿ ਸਰਕਾਰ ਕਹਿੰਦੀ ਹੈ ਵੀ ਜੋ ਅਸੀਂ ਕਰ ਦਿੱਤਾ ਉਹ ਸਹੀ ਹੋਵੇ ਗਲਤ ਹੋਵੇ ਉਹ ਮਨਾ ਕੇ ਹਟਾਂਗੇ ਆਪਾਂ ਲੋਕਾਂ ਨੂੰ ਧੱਕੇ ਦੇ ਨਾਲ। ਇੱਕ ਸਰਕਾਰ ਦੀ ਧੱਕੇਸ਼ਾਹੀ ਹੈ ਆਮ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ, ਆਮ ਵਰਗ ਦੇ ਨਾਲ। ਇਹ ਸਰਕਾਰ ਧੱਕਾ ਕਰ ਰਹੀ ਹੈ ਬਿਲਕੁਲ, ਜੋ ਕਿ ਕਾਨੂੰਨੀ ਤੌਰ ਤੇ ਗਲਤ ਹੈ, ਸੰਵਿਧਾਨਿਕ ਤੌਰ ਤੇ ਗਲਤ ਹੈ। ਜਿਹੜਾ ਇਹ ਐਗਰੀਕਲਚਰ ਸੈਕਟਰ ਹੈ, ਇਹ ਸਟੇਟ ਸਬਜੈਕਟ ਹੈ, ਇਹ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ। ਹੁਣ ਇਹ ਕਿਤੇ ਨਾ ਕਿਤੇ ਸਰਕਾਰ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲ ਦੇ ਕੇ ਅਧਿਕਾਰਕ ਤੌਰ ਤੇ ਸੂਬਿਆਂ ਦੇ ਅਧਿਕਾਰਾਂ ਦਾ ਖਨਨ ਕਰ ਰਹੀ ਹੈ। ਇਹ ਸੰਵਿਧਾਨਿਕ ਤੌਰ ਤੇ ਛੇੜਛਾੜ ਕਰਕੇ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੇ ਆ। ਤੇ ਇਸ ਕਰਕੇ ਕਲੀਅਰ ਕੱਟ ਗੱਲ ਹੈ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈਗਾ ਜੋ ਕਰ ਰਹੇ ਨੇ, ਕਿਉਂਕਿ ਸੂਬੇ ਦੇ ਅਧਿਕਾਰ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਦਖਲ ਨਹੀਂ ਦੇ ਸਕਦੀ। ਬਿਲਕੁਲ, ਮਤਲਬ ਜਿਹੜਾ ਇੱਕ ਡਾਇਲੌਗ ਬੰਦ ਹੋਇਆ ਸੀਗਾ ਸਰਕਾਰ ਦੇ ਨਾਲ, ਡਾਇਲੌਗ ਬੰਦ ਹੋ ਗਿਆ ਸੀਗਾ। ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਪ੍ਰਧਾਨ ਮੰਤਰੀ ਖੁਦ ਅੱਗੇ ਆ ਕੇ ਇਹ ਗੱਲਾਂ ਕਰਨ ਲੱਗ ਗਏ ਨੇ ਕਿ ਕਾਨੂੰਨ ਬਹੁਤ ਚੰਗਾ, MSP ਜਾਂ ਸਿਵਲ ਕੋਰਟ ਦੀ ਗੱਲ ਜਿਹੜਾ ਜਿਸ ਦੀ ਡਿਮਾਂਡ ਕੀਤੀ ਜਾ ਰਹੀ ਸੀ, ਉਸ ਤੋਂ ਵੀ ਹੁਣ ਇਹ ਗੱਲ ਦੱਸਣ ਲੱਗੇ ਕਿ SDM ਕੋਰਟ ਹੀ ਬਿਹਤਰ ਹੈਗਾ, SDM ਕੋ ਜਾਣਾ। ਤੁਹਾਨੂੰ ਲੱਗਦਾ ਕਿ ਦਰਵਾਜ਼ਾ ਉਹ ਵੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਇਹ ਕੀ ਰਣਨੀਤੀ ਸਮਝ ਕਿਵੇਂ ਰਹੇ ਹੋ ਇਹਨੂੰ, ਕਿ ਇਹ ਉਹ ਖੁਦ ਪੈਰ ਪਿੱਛੇ ਖਿੱਚ ਰਹੇ ਨੇ ਕਿ ਡਾਇਲੌਗ ਨਾ ਹੋਵੇ? ਜੇ ਇਸ ਤਰ੍ਹਾਂ ਦਾ ਲੱਗ ਰਿਹਾ ਤੇ ਕਿਉਂ? ਦੇਖੋ, ਇਹ ਪਾਲਿਸੀ ਹੈ ਇਹ BJP ਸਰਕਾਰ ਦੀ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾਉਣਾ ਹੈ। ਇੱਕ ਡਰ ਦਾ ਮਾਹੌਲ ਬਣਾਇਆ। ਪਹਿਲਾਂ ਇਹਨਾਂ ਨੇ ਨੋਟਬੰਦੀ ਲਿਆਂਦੀ, ਕਹਿੰਦੇ ਲੋਕਾਂ ਨੂੰ ਕੁਝ ਨਹੀਂ ਪਤਾ, ਗਰੀਬਾਂ ਨੂੰ ਕੁਝ ਨਹੀਂ ਪਤਾ, ਬੜਾ ਫਾਇਦਾ ਕਰਨਾ, ਕਾਲਾ ਧਨ ਬਾਹਰ ਆ ਜਾਣਾ। ਫਿਰ ਇਹਨਾਂ ਨੇ GST ਲਿਆਂਦੀ, ਕਹਿੰਦੇ ਵਪਾਰੀਆਂ ਨੂੰ ਕੁਝ ਨਹੀਂ ਪਤਾ, ਇਹਦਾ ਵਪਾਰੀਆਂ ਦਾ ਬੜਾ ਫਾਇਦਾ ਹੋ ਜਾਣਾ। ਫਿਰ ਦੇਖੋ, ਇਹਨਾਂ ਨੇ ਜਿੰਨੀਆਂ ਵੀ ਹੁਣ ਤੱਕ ਲਾਅ ਲਿਆਂਦੇ ਨੇ ਉਹ ਸਾਰੇ ਹੀ ਇਹ ਕਹਿੰਦੇ ਸੀ 15-15 ਲੱਖ ਤੁਹਾਡੇ ਖਾਤਿਆਂ 'ਚ ਆਏਗਾ, ਹੁਣ ਤੱਕ ਨਹੀਂ ਆਇਆ। ਮਤਲਬ ਝੂਠ ਦੇ ਪਲੰਦੇ ਪੰਜਾਬੀ 'ਚ ਕਹਿ ਦਈਏ ਬੰਨ ਕੇ ਇਹਨਾਂ ਨੇ ਪਹਿਲਾਂ ਸਰਕਾਰ ਬਣਾਈ। ਅੱਜ ਉਹ ਸਰਕਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ, ਗਰੀਬ ਤਬਕੇ ਨੂੰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਸਰਕਾਰ ਤਾਂ ਬੜੀ ਸੰਜੀਦਾ ਹੈ ਤੇ ਜਿਹੜੇ ਕਿਸਾਨ ਉਹ ਜਿੱਤੇ ਹੋਏ ਨੇ। ਜਦ ਕਿ ਜਿਹਦੇ ਵਾਸਤੇ ਤੁਸੀਂ ਭਾਈ ਕਾਨੂੰਨ ਲਿਆਏ ਹੋ, ਕਦੇ ਉਹਨੂੰ ਪੁੱਛਿਆ, ਕਦੇ ਉਹਨੂੰ ਚਰਚਾ ਕੀਤੀ? ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸਾਡੀ ਨਰਿੰਦਰ ਤੋਮਰ ਜੀ ਨਾਲ ਮੀਟਿੰਗ ਹੋਈ, ਉਦੋਂ ਹਰ ਕਲੌਜ਼ ਤੇ ਚਰਚਾ ਕੀਤੀ ਗਈ ਔਰ ਉਹਨਾਂ ਨੂੰ ਦੱਸਿਆ, ਸਾਬਤ ਕਰਤਾ ਸੀ ਕਿ ਤੁਸੀਂ ਹਰ ਕਲੌਜ਼ ਤੇ ਗਲਤ ਹੋ, ਇੱਥੇ ਸਰਕਾਰ ਗਲਤ ਹੈ। ਫਿਰ ਉਹਨਾਂ ਨੇ ਅਮਿਤ ਸ਼ਾਹ ਜੀ ਦੀ ਮੀਟਿੰਗ ਬੁਲਾ ਲਈ।
ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਗੱਲ ਚੱਲਦੀ ਸੀ, ਜਦੋਂ ਅਮਿਤ ਸ਼ਾਹ ਜੀ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਹੁਣ ਕਹਿੰਦੇ ਹੋ ਚਰਚਾ ਕਰੋ, ਕਲੌਜ਼ ਬਾਈ ਕਲੌਜ਼ ਚਰਚਾ ਕਰੋ, ਤੇ ਜਦੋਂ ਇਹ ਕਾਨੂੰਨ ਬਣਾਉਣੇ ਸਨ, ਜਿਨ੍ਹਾਂ ਲਈ ਬਣਾਉਣੇ ਸਨ, ਉਹਨਾਂ ਨੂੰ ਤੁਸੀਂ ਚਰਚਾ ਕੀਤੀ? ਕਿਸੇ ਕਿਸਾਨ ਸੰਗਠਨ ਨੂੰ, ਕਿਸੇ ਜਥੇਬੰਦੀ ਨੂੰ ਨਾਲ ਲਿਆ? ਤੇ ਫਿਰ ਭਾਈ ਜੇਕਰ ਤੁਸੀਂ ਉਹਨਾਂ ਨੂੰ ਉਦੋਂ ਨਾਲ ਨਹੀਂ ਲਿਆ, ਚਰਚਾ ਨਹੀਂ ਕੀਤੀ, ਤਾਂ ਹੁਣ ਕਾਹਦੀ ਚਰਚਾ? ਫਿਰ ਉਹ ਕਹਿੰਦੇ ਜੀ ਜੇ ਅੱਗੇ ਗਲਤੀ ਹੋ ਗਈ ਤੇ ਹੁਣ ਦੁਬਾਰਾ ਅਮਿਤ ਸ਼ਾਹ ਦੇ ਮੂੰਹੋਂ ਇਹ ਗੱਲ ਨਿਕਲ ਗਈ ਵੀ ਇਹ ਜਿਹੜਾ ਗਲਤੀ ਉਹਨਾਂ ਨੇ ਕੀਤੀ ਹੋਈ ਆ। ਪਰ ਅੱਜ ਹਾਲਾਤ ਕੀ ਨੇ? ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਕਿਤੇ ਨਾ ਕਿਤੇ ਜਿਹੜੀ 56 ਇੰਚ ਦੀ ਛਾਤੀ ਹੈ ਉਹ ਘਟਦੀ ਨਜ਼ਰ ਆਉਂਦੀ ਹੈ, ਤੇ ਇਸ ਕਰਕੇ ਉਹ ਚਾਹੁੰਦੇ ਨੇ ਵੀ ਇਸ ਤਰੀਕੇ ਨਾਲ ਅਸੀਂ ਸੋਧਾਂ ਨੂੰ ਲੋਕ ਮੰਨ ਲੈਣ ਤੇ ਅਸੀਂ ਜਿਹੜਾ ਸੂਬੇ ਦੇ ਅਧਿਕਾਰ ਖੇਤਰ ਆ ਉਹਨਾਂ 'ਚ ਪੈਰ ਰੱਖਣ ਨੂੰ ਥਾਂ ਮਿਲ ਜਾਵੇ। ਇੱਕ ਚਿੱਠੀ ਜਿਹੜੀ ਨਰਿੰਦਰ ਤੋਮਰ ਹੁਣਾਂ ਨੇ ਭੇਜੀ ਹੈ, ਉਹਨੂੰ ਕਿਸਾਨ ਜਥੇਬੰਦੀਆਂ ਹੁਣ ਕਿਵੇਂ ਦੇਖ ਰਹੀਆਂ? ਤੁਸੀਂ ਉਸ ਤੇ ਸਲਾਹ ਮਸ਼ਵਰਾ ਕੀਤਾ ਹੋਣਾ ਆਪਸ ਦੇ ਵਿੱਚ, ਕੀ ਰਾਏ ਬਣਾਈ ਉਸ ਤੇ? ਕਿਹੜੀ ਚਿੱਠੀ ਜੀ? ਮੈਨੂੰ ਕਿ ਨਰਿੰਦਰ ਤੋਮਰ ਕਹਿ ਰਹੇ ਕਿ ਚਿੱਠੀ ਉਹਨਾਂ ਨੇ ਭੇਜੀ ਹੈ ਕਿਸਾਨਾਂ ਨੂੰ, ਜਿਸ ਦੇ ਵਿੱਚ ਗਿਣਾਏ ਉਹਨਾਂ ਨੇ ਫਿਰ ਬਿੱਲ ਦੇ ਫਾਇਦੇ ਹੀ ਹੈ, ਨਵੇਂ ਕਾਨੂੰਨ ਦੇ ਫਾਇਦੇ ਹੀ ਹੈ ਜਿਹੜੇ। ਉਹ ਜਿਹੜੀ ਪ੍ਰਪੋਜ਼ਲ ਭੇਜੀ ਸੀ ਉਹ ਕਹੋ ਫਾਇਦੇ ਨਹੀਂ, ਉਹਨਾਂ ਨੇ ਕਿਹਾ ਸੀ ਭਈ ਆਹ ਪ੍ਰਪੋਜ਼ਲ ਦੇ ਵਿੱਚ ਇੱਕ ਚਿੱਠੀ ਵੀ ਨਰਿੰਦਰ ਤੋਮਰ ਹੁਣਾਂ ਨੇ ਭੇਜੀ ਹੈਗੀ ਆ, ਜਾਰੀ ਕੀਤੀ ਹੈ, ਮੀਡੀਆ ਦੇ ਵਿੱਚ ਵੀ ਉਹ ਰਿਲੀਜ਼ ਹੋਈ ਆ, ਟਵਿੱਟਰ ਹੈਂਡਲ ਤੇ ਵੀ ਉਹਨਾਂ ਨੇ, ਪ੍ਰਧਾਨ ਮੰਤਰੀ ਨੇ ਟਵੀਟ ਕੀਤੀ ਸੀ ਉਹ ਚਿੱਠੀ, ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਦੁਬਾਰਾ ਦੁਹਰਾਈ ਗਈ ਸੀਗੀ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨਹੀਂ, ਉਹ ਤਾਂ ਪਹਿਲੇ ਦਿਨ ਤੋਂ ਸਰਕਾਰ ਕਹਿ ਰਹੀ ਜੀ, ਉਹ ਤਾਂ ਐਵੇਂ ਹੀ ਲੋਕਾਂ ਨੂੰ, ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਨੌਨ ਐਗਰੀਕਲਚਰ ਪਬਲਿਕ ਹੈ, ਇਹ ਕੱਲ ਦੀ ਚਿੱਠੀ ਹੈ। ਮੇਰੀ ਬੇਨਤੀ ਸੁਣੋ ਪਹਿਲਾਂ। ਜਿਹੜੇ ਨੌਨ ਐਗਰੀਕਲਚਰ ਲੋਕ ਨੇ, ਜਿਹੜੇ ਖੇਤੀ ਤੋਂ ਰਹਿਤ ਨੇ, ਖੇਤੀ ਨਹੀਂ ਕਰਦੇ, ਉਹਨਾਂ ਲੋਕਾਂ 'ਚ ਸਰਕਾਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ, ਸਾਬਿਤ ਕਰਨਾ ਚਾਹੁੰਦੀ ਹੈ ਕਿ ਅਸੀਂ ਤਾਂ ਬੜੇ ਸੱਚੇ ਹਾਂ ਜੀ, ਅਸੀਂ ਤਾਂ ਹਰ ਗੱਲ ਤੇ ਚਰਚਾ ਕਰਨ ਨੂੰ ਤਿਆਰ ਹਾਂ, ਅਸੀਂ ਤਾਂ ਬੜਾ ਫਾਇਦਾ ਕਰ ਦਿੱਤਾ। ਅਸੀਂ ਜਦ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਡਾ ਸੰਵਿਧਾਨਕ ਤੌਰ ਤੇ ਹੱਕ ਹੀ ਨਹੀਂ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਦੇਣਾ, ਤੇ ਫਿਰ ਤੁਸੀਂ ਇਹ ਕਿਵੇਂ ਬਣਾ ਸਕਦੇ ਹੋ ਕਾਨੂੰਨ? ਤੁਹਾਡਾ ਕਾਨੂੰਨ ਬਣਾਉਣ ਦਾ ਤਰੀਕਾ ਹੀ ਗਲਤ ਹੈ, ਸੰਵਿਧਾਨਕ ਤੌਰ ਤੇ ਤੁਸੀਂ ਗਲਤ ਹੋ, ਤੇ ਫਿਰ ਭਾਈ ਤੁਸੀਂ ਇਹ ਕਿਵੇਂ ਦਖਲ ਦੇ ਸਕਦੇ ਹੋ? ਇਹ ਬਿਲਕੁਲ ਰੋਂਗ ਹੈ, ਗਲਤ ਹੈ। ਰਾਏ ਸਾਹਿਬ, ਮੈਨੂੰ ਇੱਕ ਚੀਜ਼ ਇਹ ਗੱਲ ਦੱਸੋ, ਪ੍ਰਧਾਨ ਮੰਤਰੀ ਦਾ ਮੱਧ ਪ੍ਰਦੇਸ਼ ਜਾ ਕੇ ਸਟੇਜ ਤੋਂ ਬਿੱਲਾਂ ਦੇ ਫਾਇਦੇ ਦੱਸਣਾ, ਉਹ ਚਿੱਠੀ ਟਵੀਟ ਕਰਨਾ, ਜਿਸ 'ਚ ਸਾਰੀਆਂ ਪੁਰਾਣੀਆਂ ਗੱਲਾਂ, ਨਵੀਂ ਗੱਲ ਕੋਈ ਨਹੀਂ ਹੈਗੀ, ਜੋ ਜਿਸ ਲਈ ਤੁਸੀਂ ਲੋਕ ਇੱਥੇ ਬੈਠੇ ਹੋ ਉਹ ਗੱਲ ਕੋਈ ਨਹੀਂ ਹੈਗੀ। ਇਸ ਰਾਜਨੀਤੀ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਕਿਸਾਨ ਜਥੇਬੰਦੀਆਂ ਇਸ ਰਾਜਨੀਤੀ ਨੂੰ ਕਿਵੇਂ ਸਮਝ ਰਹੀਆਂ ਵੀ ਜਦੋਂ ਗੱਲ A ਪੁਆਇੰਟ ਤੇ ਹੋ ਰਹੀ ਹੈ ਤੇ ਡਾਇਲੋਗ ਸਰਕਾਰ B ਪੁਆਇੰਟ ਤੇ ਲੈ ਕੇ ਹੀ ਜਾ ਰਹੀ ਹੈ, ਲਗਾਤਾਰ ਉਸੇ ਗੱਲ ਦੇ ਉੱਤੇ ਚਿਪਕੀ ਹੋਈ ਹੈ? ਇਹ ਰਾਜਨੀਤੀ ਕੀ ਹੈਗੀ ਹੈ? ਤੁਸੀਂ ਕੁਝ ਤੇ ਡਿਸਕਸ ਕਰਦੇ ਹੋਗੇ ਆਪਣੀ ਮੀਟਿੰਗ ਦੇ ਵਿੱਚ। ਦੇਖੋ ਜੀ, ਰਾਜਨੀਤੀ ਤਾਂ ਉਹਨਾਂ ਦੀ ਸਪਸ਼ਟ ਨਜ਼ਰ ਹੈ, ਕਿਉਂਕਿ ਸ਼ੁਰੂ ਤੋਂ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਦੇ ਰਹੇ ਨੇ। ਉਹ ਪੰਜਾਬ ਨੂੰ ਅੱਡ ਕਰਕੇ ਸਾਬਤ ਕਰਨਾ ਚਾਹੁੰਦੇ ਨੇ ਕਿ ਪੰਜਾਬ ਇਕੱਲਾ ਆਇਆ ਹੋਇਆ ਜੀ, ਪੰਜਾਬ ਨੂੰ ਇਕੱਲੇ ਨੂੰ ਤਕਲੀਫ ਹੈ, ਬਾਕੀਆਂ ਨੂੰ ਤਕਲੀਫ ਨਹੀਂ। ਮੈਂ ਕਹਿੰਦਾ ਪ੍ਰਧਾਨ ਮੰਤਰੀ ਜੀ ਨੂੰ ਉੱਥੇ ਮੱਧ ਪ੍ਰਦੇਸ਼ ਜਾਣ ਦੀ ਕੀ ਲੋੜ ਹੈ? ਉਹਨਾਂ ਨੂੰ ਇਹ ਕਾਹਦੀ ਤਕਲੀਫ ਹੈ? ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਤਾਂ ਸਿਰਫ ਇੱਥੇ ਪਲਵਲ ਆ ਕੇ ਬੈਠੇ ਨੇ ਮੱਧ ਪ੍ਰਦੇਸ਼ ਵਾਲੇ ਕਿਸਾਨ ਇੱਥੇ ਦਿੱਲੀ ਬਾਰਡਰ ਤੇ ਬੈਠੇ ਨੇ ਪਲਵਲ। ਮੈਂ ਉੱਥੇ ਬੋਲ ਕੇ ਆਇਆ ਇੱਕ ਦਿਨ, ਤੇ ਭਾਈ ਉੱਥੇ ਜੇ ਅਸੀਂ ਜਾ ਸਕਦੇ ਹਾਂ ਕਿਸਾਨ, ਤੇ ਪ੍ਰਧਾਨ ਮੰਤਰੀ ਜੀ ਕੋਲ ਤਾਂ ਬੜੇ ਸਾਧਨ ਨੇ, ਉਹਨਾਂ ਨੂੰ ਮੱਧ ਪ੍ਰਦੇਸ਼ ਜਾਣ ਦੀ ਕੀ ਲੋੜ ਹੈ? ਇਹਨਾਂ ਕਿਸਾਨਾਂ ਨੂੰ ਸਮਝਾ ਲੈਣ ਜਿਹੜੇ ਮੱਧ ਪ੍ਰਦੇਸ਼ ਤੋਂ ਆ ਕੇ ਬਾਰਡਰ ਤੇ ਬੈਠੇ ਨੇ। ਮੈਂ ਸਿੱਧੀ ਗੱਲ ਸਪਸ਼ਟ ਕਰਾਂ, ਉਹ ਫਿਰਕੂ ਪ੍ਰਸਤ ਦੀ ਰਾਜਨੀਤੀ ਕਰਦੇ ਨੇ। ਇਹ ਬੀਜੇਪੀ ਦਾ ਮੁੱਖ ਏਜੰਡਾ ਰਿਹਾ। ਪੰਜਾਬ ਨੂੰ ਨਖੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚੋਂ। ਬਿਲਕੁਲ, ਇਹ ਪਾੜੋ ਤੇ ਰਾਜ ਕਰੋ ਨੀਤੀ, ਇਹ ਅੰਗਰੇਜ਼ਾਂ ਦੀ ਰਾਜਨੀਤੀ ਸੀ। ਔਰ ਉਹ ਗੋਰੇ ਜਿਹੜੇ ਸੀਗੇ ਅੰਗਰੇਜ਼, ਇਹ ਹੁਣ ਜਿਹੜੇ ਕਾਲੇ ਗੋਰੇ ਪੈਦਾ ਹੋ ਗਏ ਭਾਰਤ ਦੇ ਵਿੱਚ, ਇਹ ਰਾਜਨੀਤੀ ਇਹ ਕਰ ਰਹੇ ਨੇ ਕਿ ਪਾੜੋ ਤੇ ਰਾਜ ਕਰੋ। ਇਹ ਵੰਡਣਾ ਚਾਹੁੰਦੇ ਨੇ, ਇਹ ਸਿੱਖ ਹਿੰਦੂ ਭਾਈਚਾਰੇ ਨੂੰ ਲੜਾਉਣਾ ਚਾਹੁੰਦੇ ਨੇ, ਇਹ ਮੁਸਲਿਮ ਹਿੰਦੂ ਨੂੰ ਲੜਾਉਣਾ ਚਾਹੁੰਦੇ ਨੇ, ਈਸਾਈ ਹਿੰਦੂ ਨੂੰ ਲੜਾਉਣਾ ਚਾਹੁੰਦੇ ਨੇ। ਮੈਂ ਤਾਂ ਹਿੰਦੂ ਭਰਾਵਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ, ਉਹ ਮੇਰੇ ਵੀਰੋ, ਇਹ ਤੁਹਾਡੇ ਹਿਤੈਸ਼ੀ ਨਹੀਂ ਹੈਗੇ, ਤੁਹਾਡਾ ਘਾਟਾ ਕਰਾਉਣਗੇ, ਤੁਹਾਡਾ ਭਾਈਚਾਰਾ ਖਤਮ ਕਰਾ ਰਹੇ ਨੇ, ਇਹ ਤੁਹਾਡੇ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੇ ਨੇ। ਇਹਨਾਂ ਕੋਲੋਂ ਗਰੇਜ਼ ਕਰੋ, ਇਹਨਾਂ ਨੂੰ ਚਲਤਾ ਕਰੋ। ਇਹ ਤਾਂ ਮੈਂ ਕਹੂੰਗਾ, ਤੁਸੀਂ ਦੇਖੋ ਇੱਕ ਮਹਾਪੁਰਸ਼ਾਂ ਨੇ ਸੁਸਾਈਡ ਕਰ ਲਿਆ, ਉਹ ਕਿੱਡੀ ਵੱਡੀ ਗੱਲ ਹੈ। ਜਿਹੜੇ ਸੰਤ ਲੋਕ, ਮਹਾਪੁਰਸ਼ ਆਮ ਲੋਕਾਂ ਨੂੰ ਰੋਜ਼ ਸਿੱਖਿਆ ਦਿੰਦੇ ਨੇ, ਉਹ ਸਥਿਰਤਾ ਦੀ ਗੱਲ ਕਰਦੇ ਨੇ, ਪਰ ਉਹਨਾਂ ਨੇ ਜਦੋਂ ਇੱਥੇ ਆਏ, 3-4 ਵਾਰ ਆਏ ਉਹ ਸਾਡੇ ਕੋਲ ਸਟੇਜ ਤੇ ਵੀ, ਉਹਨਾਂ ਨੇ ਵੇਖਿਆ ਵੀ ਬਜ਼ੁਰਗ ਇੱਥੇ 85 ਸਾਲ ਦੇ ਸਰਦੀ 'ਚ ਬੜੇ ਔਖੇ ਬੈਠੇ ਨੇ, ਤੇ ਬੜੇ ਉਹਨਾਂ ਨੂੰ ਤਾਂ ਦੁੱਖੀ ਮੰਨਣਾ, ਉਹਨਾਂ ਨੇ ਬਹੁਤ ਕੰਮ। ਹਾਂ, ਅੱਜ ਉਹਨਾਂ ਦੇ ਉੱਥੇ ਗਿਆ ਸੀ ਸੰਸਕਾਰਾਂ ਤੇ, ਔਰ ਉੱਥੇ ਉਹਨਾਂ ਦੀ ਉਹ ਚਿੱਠੀ ਪੜ੍ਹੀ ਗਈ ਪੂਰੀ, ਜਿਹੜਾ ਉਹਨਾਂ ਨੇ ਲਿਖੀ ਆ। ਬੜੇ ਭਾਵੁਕ ਹੋ ਕੇ ਉਹਨਾਂ ਨੇ ਲਿਖਿਆ, ਔਰ ਉਹਨਾਂ ਨੇ ਇੱਕ ਸਪਸ਼ਟ ਗੱਲ ਕੀਤੀ ਕਿ ਇਹਦੇ ਵਿੱਚ RSS ਦਾ ਹੱਥ ਹੈ, ਕਿਉਂਕਿ RSS ਜਿਹੜੀ ਆ ਫਿਰਕੂ ਪ੍ਰਸਤੀ ਦੀ ਰਾਜਨੀਤੀ ਕਰਵਾ ਰਹੀ ਬੀਜੇਪੀ ਕੋਲੋਂ। ਤੇ ਇਹ ਜਿਹੜੇ ਆ ਸਿੱਖ ਹਿੰਦੂਆਂ ਨੂੰ, ਬਾਬਾ ਰਾਮ ਸਿੰਘ ਉਹਨਾਂ ਦੀ ਚਿੱਠੀ 'ਚ ਸੀ, ਉਹਨਾਂ ਦੀ ਚਿੱਠੀ 'ਚ ਸੀਗਾ ਜੀ, ਉਹਨਾਂ ਨੇ ਜੋ ਪੜ੍ਹ ਕੇ ਬੋਲਿਆ ਕਿ ਇਹ ਸਿੱਖ ਹਿੰਦੂ ਨੂੰ ਵੰਡਣਾ ਚਾਹੁੰਦੇ ਨੇ, ਜਦ ਕਿ ਸਿੱਖ ਹਿੰਦੂ ਦਾ ਨਹਿ ਮਾਸ ਦਾ ਰਿਸ਼ਤਾ ਹੈ, ਇਹ ਉਹਨੂੰ ਨਾ ਵੰਡਣ ਦੀ ਕੋਸ਼ਿਸ਼ ਕਰਨ। ਇਹ ਦੇਖੋ, ਇਹ ਬੜੀ ਇੰਪੋਰਟੈਂਟ ਗੱਲ ਹੈਗੀ ਹੈ। ਮੈਂ ਚਾਹੁੰਦਾ ਤੁਸੀਂ ਇਹ ਥੋੜੀ ਵਿਸਤਾਰ ਦੇ ਵਿੱਚ ਦੱਸੋ ਵੀ ਉਸ ਚਿੱਠੀ ਦੇ ਵਿੱਚ ਹੋਰ ਕੀ ਕੁਝ ਸੀਗਾ। ਉਹ ਚਿੱਠੀ 'ਚ ਬੜਾ ਉਹਨੀ ਦੇਖੋ ਹਿਰਦੇ ਬੜੇ ਦੁਖੀ ਦੇ ਨਾਲ ਉਹ ਚਿੱਠੀ ਪੜ੍ਹੀ ਗਈ। ਜਦੋਂ ਉਹਨਾਂ ਨੇ ਚਿੱਠੀ ਪੜ੍ਹੀ, ਅਸੀਂ ਵੀ ਭਾਵੁਕ ਹੋ ਗਏ, ਅੱਖਾਂ ਭਰ ਆਈਆਂ। ਉਹਨਾਂ ਨੇ ਚਿੱਠੀ ਦੇ ਵਿੱਚ ਸ਼ੁਰੂ ਇੱਥੋਂ ਕੀਤਾ ਕਿ ਮੈਂ 3-4 ਵਾਰ ਸਿੰਘੂ ਬਾਰਡਰ ਤੇ ਗਿਆ, ਤੇ ਮੈਂ ਉੱਥੇ ਜਦੋਂ ਜਾ ਕੇ ਜਿਹੜੇ ਕਿਸਾਨ ਵੀਰ ਨੇ ਤੰਬੂ ਲਾ ਕੇ ਬੈਠੇ ਨੇ,
ਉਹ ਆਪਣੇ ਤੰਬੂਆਂ ਦੇ ਵਿੱਚ ਨੇ। ਉਹਨਾਂ ਤੰਬੂਆਂ ਦੇ ਵਿੱਚ ਉਹ ਬੜੀ ਸਰਦੀ ਦੇ ਵਿੱਚ ਔਖੇ ਬੈਠੇ ਨੇ ਔਰ ਉਹਨਾਂ ਦੀ ਜਿਹੜੀ ਮੁਸ਼ਕਿਲ ਹੈ ਮੇਰੇ ਤੋਂ ਉਹ ਸਹਿਨ ਨਹੀਂ ਹੋ ਰਹੀ ਤੇ ਉਹਨੂੰ ਸਹਿਨ ਨਾ ਕਰਦੇ ਹੋਏ ਮੈਂ ਆਪਣਾ ਜਿਹੜਾ ਆਤਮਦਾਹ ਕਰ ਰਿਹਾ ਵੀ ਇਹ ਬੜੀ ਦੁਖਦਾਈ ਘਟਨਾ ਹੈ। ਤੇ ਉਹਨਾਂ ਨੇ ਨਾਲ ਇਹ ਵੀ ਲਿਖਿਆ ਵੀ ਚਿੱਠੀ ਦੇ ਵਿੱਚ ਵੀ ਭਾਈ ਇਹ ਜਿਹੜੀ ਗੱਲ ਹੈ ਬੜੇ ਚਿਰਾਂ ਤੋਂ ਇਹ ਚੱਲ ਰਹੀ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ, ਇਹ ਕੇਂਦਰ ਸਰਕਾਰ ਹੈ, ਇਹ ਆਰਐਸਐਸ ਦੇ ਇਸ਼ਾਰੇ ਤੇ ਇਹ ਲੋਕਾਂ ਨੂੰ ਵੰਡ ਦੀ ਰਾਜਨੀਤੀ ਕਰ ਰਹੀ ਹੈ। ਆਰਐਸਐਸ ਦੇ ਇਸ਼ਾਰੇ ਤੇ ਇਹ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰ ਰਹੀ ਹੈ। ਇਹ ਜੋ ਨਹੀਂ ਕਰਨਾ ਚਾਹੀਦਾ, ਮਹਾਂਪੁਰਸ਼ਾਂ ਨੇ ਕਿਹਾ ਵੀ ਨਹੀਂ ਕਰਨਾ ਚਾਹੀਦਾ। ਤੇ ਇਹ ਜਿਹੜੀਆਂ ਗੱਲਾਂ ਨੇ ਤੁਸੀਂ ਇਹ ਵੇਖੋ ਵੀ ਇਹ ਜੇਕਰ ਸੰਤ ਮਹਾਂਪੁਰਸ਼ ਵੀ ਇਹ ਸਮਝਦੇ ਨੇ ਵੀ ਜਿਹੜੀ ਇਹ ਸਰਕਾਰ ਬੈਠੀ ਹੈ ਇਸ ਲਈ ਇਹ ਕੂੜ ਰਾਜਨੀਤੀ ਦੇ ਨਾਲ ਚੱਲ ਰਹੀ ਹੈ। ਰਾਜਨੀਤੀ ਮਨਜੀਤ ਜੀ, ਇੱਕ ਹੋਰ ਚੀਜ਼ ਹੈਗੀ ਹੈ, ਜਿਸ ਤਰ੍ਹਾਂ ਦੇ ਨਾਲ ਬਾਬਾ ਰਾਮ ਸਿੰਘ ਹੁਣਾਂ ਦੀ ਸ਼ਹਾਦਤ ਹੋਈ ਹੈ, ਹੋਰ ਵੀ ਇੱਥੇ ਬਜ਼ੁਰਗ ਨੇ ਜਿਹੜੇ ਬਿਮਾਰ ਹੋ ਕੇ ਜਿਨ੍ਹਾਂ ਦੀ ਮੌਤ ਹੋਈ ਹੈ, ਜਾਨ ਗਈ ਹੈ ਜਿਨ੍ਹਾਂ ਦੀ, ਹੁਣ ਅਸਰ ਕਿਵੇਂ ਦੇਖ ਰਹੇ ਹੋ? ਉਸ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਉਹੀ ਗੱਲਾਂ ਕਰਦੇ ਨੇ, ਫਿਰ ਤੁਹਾਨੂੰ ਲੱਗਦਾ ਕਿ ਰਣਨੀਤੀ ਬਦਲਣ ਦੀ ਲੋੜ ਹੈਗੀ ਹੈ? ਕੋਈ ਰਣਨੀਤੀ ਬਦਲਣ ਬਾਰੇ ਕਿਸਾਨ ਜਥੇਬੰਦੀਆਂ ਸੋਚ ਰਹੀਆਂ ਨੇ? ਜੇ ਇਸ ਢੰਗ ਦੇ ਨਾਲ ਸਰਕਾਰ ਤੇ ਦਬਾਅ ਨਹੀਂ ਬਣ ਰਿਹਾ ਜਾਂ ਸਰਕਾਰ ਗੱਲ ਸੁਣਨ ਵਾਲੇ ਪਾਸੇ ਨਹੀਂ ਆ ਰਹੀ ਤੇ ਪੈਂਤੜਾ ਬਦਲ ਲੈਣਾ ਚਾਹੀਦਾ? ਤੁਹਾਨੂੰ ਲੱਗਦਾ ਕਿ ਸਮਾਂ ਹੈਗਾ ਇਸ ਚੀਜ਼ ਦਾ ਵੀ ਕੁਝ ਹੋਰ ਵੀ ਅਜਮਾ ਕੇ ਦੇਖਣਾ ਚਾਹੀਦਾ? ਨਹੀਂ, ਬਿਲਕੁਲ ਨਹੀਂ। ਹਜੇ ਅਸੀਂ ਬਿਲਕੁਲ ਸਥਿਰ ਬੈਠੇ ਹਾਂ ਔਰ ਮੈਂ ਕਹੂੰਗਾ ਕਿ ਦਿੱਲੀ ਦੇ ਸਿਰ ਚੜ ਕੇ ਬੈਠੇ ਹਾਂ। ਜੇ ਮੈਂ ਛੋਟੀ ਜਿਹੀ ਗੱਲ ਥੋੜੀ ਹੈ ਜੀ, 5 ਨੈਸ਼ਨਲ ਹਾਈਵੇ ਕਬਜ਼ਾ ਕੀਤਾ ਹੋਇਆ ਕਿਸਾਨਾਂ ਨੇ। ਮੈਂ ਹੁਣ ਇਹ ਕਹਿ ਦਵਾਂਗਾ ਵੀ ਸਰਕਾਰ ਨੂੰ ਚੈਲੰਜ ਕੀਤਾ ਹੋਇਆ ਕਿ ਭਾਈ ਜੇ ਤੁਹਾਡੇ 'ਚ ਜ਼ਰੂਰਤ ਹੈ ਤਾਂ ਖਾਲੀ ਕਰਾਓ, ਫਿਰ ਜੇ ਤੁਸੀਂ ਧੱਕਾ ਕਰਦੇ ਆ ਤਾਂ ਅਸੀਂ ਵੀ ਕਰਾਂਗੇ। ਆ ਜਿਹੜਾ ਨੈਸ਼ਨਲ ਹਾਈਵੇ NH1 ਹੈ, ਨੈਸ਼ਨਲ ਹਾਈਵੇ 1 ਹੈ ਪੂਰੇ ਇੰਡੀਆ ਦਾ, ਜੇ ਤੇ ਅੱਜ ਆਪਾਂ ਖੜੇ ਆ ਸਿੰਘੂ ਬਾਰਡਰ। ਕਹਿਣ ਦਾ ਭਾਵ ਹੈ ਇਸੇ ਤਰ੍ਹਾਂ 5 ਜਿਹੜੇ ਨੈਸ਼ਨਲ ਹਾਈਵੇ ਕਿਸਾਨ ਉੱਤੇ ਆਪਣੇ ਝੌਂਪੜੀਆਂ ਲਾ ਕੇ, ਆਪਣੇ ਟੈਂਟ ਲਗਾ ਕੇ, ਆਪਣੇ ਲੰਗਰ ਲਗਾ ਕੇ ਬੈਠੇ ਨੇ ਜਿਵੇਂ ਆਪਣੇ ਘਰਾਂ 'ਚ ਬੈਠੇ ਹੁੰਦੇ ਨੇ। ਕਹਿਣ ਦਾ ਭਾਵ ਇਸ ਵੇਲੇ ਕਿਸਾਨਾਂ ਦਾ ਕਬਜ਼ਾ ਹੈ। ਜੇ ਇਸ ਕਬਜ਼ੇ ਨੂੰ ਤੋੜ ਸਕਦੇ ਤੋੜ ਕੇ ਵਿਖਾ ਲੈਣ, ਬੈਠੇ ਆ ਫਿਰ ਕਿਹੜੀ ਗੱਲ ਹੈ? ਇਹ ਸਰਕਾਰ ਕੀ ਸਮਝਦੀ ਹੈ ਕਿ ਉੱਥੇ ਅੰਦਰ ਕਮਰਿਆਂ 'ਚ ਬੈਠ ਕੇ ਫੈਸਲੇ ਲੈਣਗੇ, ਗਿੱਦੜ ਭਬਕੀਆਂ ਮਾਰਨਗੇ, ਲੋਕ ਡਰ ਕੇ ਭੱਜ ਜਾਣਗੇ? ਇਹ ਕਹੂਗਾ ਕਿ ਅਸੀਂ ਨਹੀਂ ਪਿੱਛੇ ਮੁੜਦੇ ਤਾਂ ਕਿਸਾਨ ਪਿੱਛੇ ਮੁੜ ਜਾਣਗੇ। ਇੱਥੇ ਬੈਠੇ ਆ, 4 ਸਾਲ ਇਹਦੀ ਟਰਮ ਰਹਿੰਦੀ ਹੈ, 4 ਹੀ ਸਾਲ ਇੱਥੇ ਤੰਬੂ ਲੱਗਣਗੇ, 4 ਹੀ ਸਾਲ ਇੱਥੋਂ ਨਹੀਂ ਜਾਵਾਂਗੇ, ਇਹਨੂੰ ਸਬਕ ਸਿਖਾ ਕੇ ਜਾਵਾਂਗੇ। ਔਰ ਪੂਰੇ ਭਾਰਤ ਤੋਂ ਇਹ ਤਾਂ ਕਹਿੰਦਾ ਨਾ ਕਿ ਕਿਸਾਨਾਂ ਨੂੰ ਇਹ ਸ਼ਾਇਦ ਮੁੜ ਜਾਣ, ਇਹਨੂੰ ਪੂਰੇ ਭਾਰਤ 'ਚੋਂ ਮੋੜ ਕੇ ਜਾਵਾਂਗੇ। ਆਪਣੀ ਇਸ ਅੰਦੋਲਨ ਨੂੰ ਜਨ ਤੱਕ ਲਿਜਾਵਾਂਗੇ, ਹਰ ਸਟੇਟ 'ਚ ਲਿਜਾਵਾਂਗੇ, ਲੋਕਾਂ ਨੂੰ ਅਗਾਹ ਕਰਾਂਗੇ। ਜਿਸ ਸਟੇਟ 'ਚ ਇਲੈਕਸ਼ਨ ਹੋਇਆ ਕਰੇਗੀ ਇੱਥੋਂ ਉੱਠ ਕੇ ਜਾਇਆ ਕਰਾਂਗੇ, ਉੱਥੇ ਇਹਦੇ ਅੰਗੇਸਟ ਪ੍ਰਚਾਰ ਕਰਿਆ ਕਰਾਂਗੇ, ਇਹਨੂੰ ਭਜਾਵਾਂਗੇ ਹਰ ਸਟੇਟ ਦੇ ਵਿੱਚੋਂ। ਆਖਰੀ ਸਵਾਲ ਹੈਗਾ, ਸੁਪਰੀਮ ਕੋਰਟ ਦਾ ਰੁਖ ਹੁਣ ਤੱਕ ਦੇ ਲਈ ਇਸ ਐਜੀਟੇਸ਼ਨ ਦੇ ਮੁਤਾਬਿਕ ਪੋਜ਼ਿਟਿਵ ਹੀ ਮੰਨਿਆ ਜਾ ਰਿਹਾ ਹੈਗਾ, ਹਾਲਾਂਕਿ ਉਮੀਦ ਕੁਝ ਹੋਰ ਵੀ ਕੀਤੀ ਜਾ ਰਹੀ ਸੀਗੀ। ਕਿਸਾਨ ਜਥੇਬੰਦੀਆਂ ਇਸ ਫੈਸਲੇ ਨੂੰ, ਹੁਣ ਤੱਕ ਦੇ ਨੂੰ, ਕਾਰਵਾਈ ਨੂੰ ਕਿਵੇਂ ਦੇਖ ਰਹੀਆਂ ਨੇ? ਔਰ ਸੁਪਰੀਮ ਕੋਰਟ ਦੇ ਵਕੀਲਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ, ਕਿਸ ਦਿਸ਼ਾ ਵੱਲ ਨੂੰ ਵਧ ਰਹੇ ਹੋ? ਦੇਖੋ, ਅਜੇ ਤੱਕਰ ਜਿਹੜੀ ਪਾਰਟੀ ਆ ਨਾ, ਜਿਸ ਨੇ ਵੀ ਉੱਥੇ ਐਪਲੀਕੇਸ਼ਨ ਪਾਈ ਹੈ ਸ਼ਖਸ ਨੇ, ਉਹਨੇ ਪਾਰਟੀ ਬਣਾਇਆ ਸਰਕਾਰ ਨੂੰ। ਉੱਥੇ ਪਾਰਟੀ ਅਸੀਂ ਹਲੇ ਹੈ ਨਹੀਂ। ਉਹ ਜਿੰਨਾ ਚਿਰ ਸਾਨੂੰ ਕੋਈ ਲੀਗਲ ਨੋਟਿਸ ਨਹੀਂ ਆਉਂਦਾ, ਕੋਈ ਅਸੀਂ ਉਹਨਾਂ ਚਿਰ ਅਸੀਂ ਉਹਦੇ ਬਾਰੇ ਚਰਚਾ ਨਹੀਂ ਕਰਾਂਗੇ। ਪਰ ਅਸੀਂ ਇੱਕ ਆਪਣਾ, ਕਿਉਂਕਿ ਸਾਨੂੰ ਵਾਰ ਕੌਂਸਲ ਦਿੱਲੀ ਦੀ ਨੇ ਸਹਿਯੋਗ ਕੀਤਾ ਆ, ਸਮਰਥਨ ਕੀਤਾ, ਔਰ ਉਹਨਾਂ ਵੱਲੋਂ ਸੀਗਾ ਤੁਸੀਂ ਇੱਕ ਪੈਨਲ ਆਪਣਾ ਬਣਾ ਲਓ ਜਿਹੜਾ ਕਿ ਤੁਹਾਨੂੰ ਲੀਗਲ ਓਪੀਨੀਅਨ ਵਾਸਤੇ ਹੈਲਪ ਕਰੇਗਾ। ਤੇ ਉਹਦੇ ਵਾਸਤੇ ਅਸੀਂ ਇੱਕ ਆਪਣਾ ਵੀ ਪੈਨਲ ਬਣਾਇਆ ਸੀ ਅੱਜ। ਉਹ ਸਾਡੇ 4 ਸਦੱਸਿਆ ਗਏ ਸੀ ਅੱਜ ਮਿਲਣ ਵਾਸਤੇ, ਔਰ ਉਹਨਾਂ ਦੇ ਨਾਲ ਸਿਰਫ ਇਹ ਰਾਏ ਕੀਤੀ ਗਈ ਆ। ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਕੋਈ ਨੋਟਿਸ ਨਹੀਂ ਆਉਂਦਾ ਆਪਾਂ ਨੂੰ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਸਰਕਾਰ ਦਾ ਮੈਟਰ ਹੈ। ਉਹ ਜਿਹੜੇ ਬੰਦੇ ਨੇ, ਜਿਹੜਾ ਐਪਲੀਕੈਂਟ ਹੈ, ਜਿਹਨੇ ਐਪਲੀਕੇਸ਼ਨ ਪਾਈ ਹੈ, ਉਹ ਤੇ ਸਰਕਾਰ ਦੇ ਵਿਚਲਾ ਮੈਟਰ ਹੈ। ਉਹ ਆਪਸ ਵਿੱਚ ਹੀ ਜਵਾਬ ਦੇ ਹੁਣ ਇੱਕ ਦੂਜੇ ਨੂੰ। ਜਦੋਂ ਤੁਹਾਨੂੰ ਕੋਈ ਲੀਗਲ ਨੋਟਿਸ ਆਏਗਾ ਫਿਰ ਆਪਾਂ ਉਹਦਾ ਦੇਖਾਂਗੇ ਕੀ ਕਰਨਾ ਅੱਗੇ, ਉਹਦੀ ਰੂਪਰੇਖਾ ਬਣਾ ਲਾਂਗੇ ਆਪਾਂ ਇਕੱਠੇ ਹੋ ਕੇ ਮੀਟਿੰਗ ਕਰਕੇ। ਉਹ ਵੀ ਅਸੀਂ ਇੱਕ ਸਾਡਾ ਡਿਸਪਲਿਨ ਹੈ। ਅਸੀਂ 30 ਤੋਂ 32 ਦੇ ਕਰੀਬ, ਕਿਉਂ 32 ਇੱਥੇ ਆ ਕੇ ਹੋਏ, ਪਹਿਲਾਂ ਪਿੱਛੋਂ 30 ਸੀ, ਸੰਗਠਨ ਜਿਹੜੇ ਸਾਡੇ ਆ ਜਥੇਬੰਦੀਆਂ ਉਹ ਪੰਜਾਬ ਤੋਂ ਆਈਆਂ ਨੇ। ਤੇ ਸਾਡੇ ਕੋਲ ਵੈਸੇ 475 ਜਥੇਬੰਦੀਆਂ ਨੇ, ਪਰ ਜਿਹੜੀਆਂ ਬਾਕੀ ਨੇ ਇੰਡੀਆ ਦੀਆਂ, ਲਗਭਗ ਉਹਨਾਂ ਦੇ 10 ਆਗੂ ਨੇ ਪੂਰੇ ਭਾਰਤ ਦੇ, ਉਹ ਸਾਡੇ 32 ਨਾਲ ਸਹਿਯੋਗ ਕਰਦੇ ਨੇ। ਦੇਖੋ ਕਿੰਨੀ ਪੋਜ਼ਿਟਿਵ ਗੱਲ ਹੈ। ਪੂਰਾ ਭਾਰਤ ਖੜਾ ਹੈ, ਪਰ ਉਹ ਕਹਿੰਦਾ ਪੰਜਾਬ ਦੀਆਂ 30 ਨੂੰ ਤੁਸੀਂ ਮੋਹਰੇ ਲਾ ਕੇ ਰੱਖੋ, ਅਸੀਂ ਤੁਹਾਡੇ ਸਹਿਯੋਗ 'ਚ ਹਾਂ। ਅਸੀਂ ਨਹੀਂ ਕਹਿੰਦੇ ਵੀ 450 ਸਾਡਾ ਨੁਮਾਇੰਦਾ ਆਊਗਾ, ਉਹ ਕਹਿੰਦੇ ਸਾਡੇ 10 ਆਉਣਗੇ ਸਿਰਫ। ਅਸੀਂ ਤੁਹਾਡੇ ਨਾਲ ਆ, 450 ਪੌਣੇ 500 ਜਥੇਬੰਦੀ ਤੁਹਾਡੇ ਨਾਲ ਹੈ। ਤੇ ਤੁਸੀਂ ਜੋ ਫੈਸਲੇ ਕਰੋਗੇ ਅਸੀਂ ਸੰਯੁਕਤ ਮੋਰਚੇ ਦੇ ਰੂਪ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ। ਇੱਕ ਹੋਰ ਚੀਜ਼ ਹੈਗੀ ਹੈ, ਸਰਕਾਰ ਬਾਰ-ਬਾਰ ਇਹ ਦਾਅਵੇ ਕਰ ਰਹੀ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਸਾਡੇ ਨਾਲ ਨੇ। ਇਹ ਚੀਜ਼ ਦਾ ਵੀ ਮਤਲਬ ਇਹ ਰਾਜਨੀਤੀ ਵੀ ਤੁਸੀਂ ਸਮਝ ਰਹੇ ਹੈਗੇ ਹੋ ਕਿ ਇਹਦੇ ਵਿੱਚ ਇੱਕ ਗੱਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕੁਝ ਸੰਗਠਨ ਸਾਡੇ ਨਾਲ ਆ ਰਹੇ ਨੇ। ਹਾਲਾਂਕਿ ਪੰਜਾਬ ਤੋਂ ਬਾਹਰ ਦੀਆਂ ਜਥੇਬੰਦੀਆਂ ਦਾ ਜ਼ਿਕਰ ਹੋ ਰਿਹਾ ਹੁਣ ਤੱਕ,
ਤੇ ਇਹ ਇਸ ਚੀਜ਼ ਦਾ ਤੋੜ ਜਾਂ ਇਹ ਕਿਵੇਂ ਦੇਖ ਰਹੇ ਹੋ ਤੁਸੀਂ, ਕਿਉਂਕਿ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਕੀਤੀਆਂ ਜਾ ਰਹੀਆਂ। ਮੈਂ ਯੂਪੀ ਬਾਰਡਰ ਤੇ ਜਾ ਕੇ ਆਇਆ, ਮੈਂ ਗੁਜਰਾਤ ਵਾਲੇ ਬਾਰਡਰ ਤੇ ਵੀ ਜਾ ਕੇ ਆਇਆ, ਉੱਥੇ ਕਈ ਤਰ੍ਹਾਂ ਦੇ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਪੰਜਾਬ ਆ ਕੇ ਅਸੀਂ ਦੇਖਦੇ ਹਾਂ ਤੇ ਸਿਨੈਰੀਓ ਬਿਲਕੁਲ ਵੱਖਰਾ ਹੈਗਾ। ਇਹਨਾਂ ਚੀਜ਼ਾਂ ਦਾ ਤੋੜ ਕਿਵੇਂ ਦੇਖ ਰਹੇ ਨੇ, ਕਿਉਂਕਿ ਪੰਜਾਬ ਨੇ ਲੀਡ ਲਈ ਹੈਗੀ ਆ ਹੁਣ ਤੱਕ, ਤੇ ਇਹ ਅਗਲੀ ਦਿਸ਼ਾ ਜਾਣੀ ਹੈ ਤੇ ਮੈਨੂੰ ਲੱਗਦਾ ਵੀ ਇੱਥੋਂ ਹੀ ਸਹੀ ਦਿਸ਼ਾ ਵੱਲ ਨੂੰ ਤੁਰੀ ਹੋਈ ਚੀਜ਼ ਤੁਰੀ ਰਹਿ ਸਕਦੀ ਹੈ। ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਜ਼ਿਕਰ ਕਰਨਾ ਚਾਹੂੰਗਾ ਜੀ। ਮੈਂ ਪੰਜਾਬ ਤੋਂ ਹਾਂ ਔਰ ਪੰਜਾਬ ਦੇ ਵਿੱਚ ਮੈਂ ਹੁਸ਼ਿਆਰਪੁਰ ਤੋਂ ਹਾਂ। ਹੁਸ਼ਿਆਰਪੁਰ 'ਚ ਜਿਹੜਾ ਐਮਪੀ ਹੈ ਇਸ ਲਈ ਉਹ ਬੀਜੇਪੀ ਦਾ ਹੈ, ਉੱਥੇ ਐਮਐਲਏ ਵੀ ਪਹਿਲਾਂ ਬੀਜੇਪੀ ਦਾ ਰਿਹਾ, ਪਰ ਉੱਥੇ ਮੈਂ ਵੇਖਦਾ ਰਿਹਾ ਕੀ ਕਰਦੇ ਨੇ ਇਹ ਕਿ ਜਦੋਂ ਇਹਨਾਂ ਨੇ ਕੋਈ ਸਭਾ ਕਰਨੀ ਹੁੰਦੀ ਹੈ ਤੇ ਇਹ ਕੀ ਕਰਦੇ ਨੇ, ਜਿਹੜਾ ਮਜ਼ਦੂਰ ਤਬਕਾ, ਉਹ ਚਾਹੇ ਪ੍ਰਵਾਸੀ ਸਾਡੇ ਭਾਰਤੀ ਉੱਥੇ ਜਿਹਨਾਂ ਨੂੰ ਆਪਾਂ ਕਹਿੰਦੇ ਅਦਰ ਸਟੇਟ ਤੋਂ ਗਏ ਹੋਏ ਨੇ, ਯੂਪੀ ਬਿਹਾਰ ਤੋਂ ਲੜ ਕੇ ਗਏ ਹੋਏ ਨੇ, ਝਾਰਖੰਡ ਤੋਂ ਗਏ ਹੋਏ ਨੇ, ਇਹ ਉਹਨਾਂ ਨੂੰ ਬੱਸਾਂ 'ਚ ਭਰ ਕੇ ਲਿਆਉਂਦੇ ਨੇ ਕਿਉਂਕਿ ਉੱਥੇ ਲੋਕ ਇਹਨਾਂ ਨੂੰ ਸ਼ਹਿਰਾਂ ਦੇ ਅੰਦਰ ਹੀ ਮਿਲਦੇ ਆ, ਬਾਹਰ ਘੱਟ ਮਿਲਦੇ ਆ। ਉੱਥੇ ਇਹਨਾਂ ਨੂੰ ਇਕੱਠੇ ਕਰਕੇ ਬੱਸਾਂ 'ਚ ਲਿਆਉਂਦੇ ਨੇ ਤੇ ਆਪਣੀ ਉਹ ਸਭਾ ਨੂੰ ਵੱਡੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਤਰੀਕਾ ਹੁਣ ਇਹ ਸੈਂਟਰ ਅਪਣਾ ਰਹੀ ਹੈ ਇਸ ਲਈ ਸਰਕਾਰ। ਹੁਣ ਕੀ ਕਰਦੇ ਨੇ, ਆਪ ਹੀ ਧਰਨਿਆਂ ਤੇ ਬਿਠਾ ਰਹੇ, ਆਪੇ ਬਿਠਾ ਲੈ ਜੀ ਧਰਨਾ। ਨਹੀਂ, ਉਹ ਜਿਹੜੇ ਕਿਸਾਨ ਲੈ ਕੇ ਗਏ ਨੇ ਉਹਨਾਂ 'ਚ ਇਹਨਾਂ ਧਰਨਿਆਂ ਦੇ ਵਿੱਚੋਂ ਕੋਈ ਇੱਕ ਕਿਸਾਨ ਵੀ ਨਹੀਂ ਸੀ, ਇੱਕ ਵੀ ਅੰਦੋਲਨਕਾਰੀ ਕਿਸਾਨ ਨਹੀਂ ਸੀਗਾ। ਹੁਣ ਕੀ ਹੋਇਆ, ਇਹਨਾਂ ਨੇ ਉਹ ਡੁਪਲੀਕੇਟ ਇਹਨਾਂ ਦੇ ਇੱਕ ਕਿਸਾਨ ਵਿੰਗ ਬਣਾਏ ਹੋਏ ਨੇ। ਉਹ ਕੁਝ ਲਾਲਚੀ ਵੀ ਨੇ, ਕੁਝ ਦਸਤਾਰਧਾਰੀ ਵੀ ਨੇ ਇਹਨਾਂ ਦੇ ਕੋਲ, ਜਿਹੜੇ ਕਿ ਲਾਲਚੀ ਨੇ, ਜਿਹੜੇ ਕੌਮ ਦੇ ਗੱਦਾਰ ਵੀ ਨੇ। ਉਹ ਲੋਕ ਖਰੀਦੇ ਹੋਏ ਨੇ ਇਹਨਾਂ ਦੇ, ਜਿਨ੍ਹਾਂ ਨੂੰ ਲਾਲਚ ਦਿੱਤਾ ਹੋਇਆ ਕਿ ਤੁਹਾਨੂੰ ਅਸੀਂ ਚੇਅਰਮੈਨੀਆਂ ਦੇਵਾਂਗੇ, ਤੁਹਾਨੂੰ ਅਸੀਂ ਐਮਐਲਏ ਦੀਆਂ ਟਿਕਟਾਂ ਦੇਵਾਂਗੇ। ਉਹ ਲੋਕ ਜਿਵੇਂ ਕਿ ਹਰਜੀਤ ਗਰੇਵਾਲ ਹੈ, ਬੜਾ ਹੀ ਵੱਡਾ ਕੌਮ ਦਾ ਗੱਦਾਰ ਆਦਮੀ ਹੈ, ਉਹ ਪੰਜਾਬ ਦਾ ਗੱਦਾਰ ਬੰਦਾ ਹੈ, ਮੈਂ ਉਹਨੂੰ ਸਿੱਧੇ ਸ਼ਬਦਾਂ 'ਚ ਕਹਿਣਾ, ਕਿਉਂਕਿ ਉਹ ਪੰਜਾਬ ਦੀ ਗੱਲ ਨਹੀਂ ਕਰਦਾ, ਉਹ ਗੱਦਾਰ ਪੰਜਾਬ ਦਾ। ਤੇ ਇਦਾਂ ਦੇ ਗੱਦਾਰ ਕਈ ਹੈਗੇ ਨੇ ਇਹਨਾਂ ਦੇ ਵਿੱਚ, ਬਹੁ ਰੰਗੀਏ ਹੈਗੇ ਨੇ, ਜਿਹੜੇ ਕਿ ਇਹ ਮੋਹਰੇ ਕਰ ਦਿੰਦੇ ਨੇ ਉਹਨਾਂ ਨੂੰ। ਉਹ ਫਿਰ ਭਾਸ਼ਾ ਉਹ ਬੋਲਦੇ ਆ, ਉਹ ਫਿਰ ਜਿਵੇਂ ਉੱਪਰੋਂ ਕਹਿੰਦੇ ਆ ਨਾ ਭਈ ਬੁਲਾਉਂਦਾ ਉਹ ਤੋਤੇ ਨੂੰ ਭਾਸ਼ਾ, ਉਹ ਫਿਰ ਉਹ ਬੋਲਦੇ ਨੇ, ਆਪਣੇ ਆਕਾ ਦੀ ਭਾਸ਼ਾ ਬੋਲਦੇ ਨੇ, ਉਸ ਭਾਸ਼ਾ ਨੂੰ ਆਪਣੇ ਆਕਾ ਦੀ ਨੂੰ ਉਹਨੂੰ ਰੰਗ 'ਚ ਲਿਆਉਂਦੇ ਨੇ। ਸੋ ਇਸ ਕਰਕੇ ਇਹ ਕੇਵਲ ਬੀਜੇਪੀ ਦੀਆਂ ਪਾਲਿਸੀਆਂ ਨੇ। ਉਹ ਜਿਹੜੇ ਕਿਸਾਨ ਆਗੂ ਇਹ ਲੈ ਕੇ ਆਉਂਦੇ ਨੇ ਉਹ ਬਿਲਕੁਲ ਕਿਸਾਨ ਆਗੂ ਨਹੀਂ ਹੈਗੇ, ਉਹ ਇਹਨਾਂ ਦੇ ਬੀਜੇਪੀ ਦੇ ਵਿੰਗ ਦੇ ਨੇ, ਇਹਨਾਂ ਦੇ ਖਰੀਦੇ ਹੋਏ ਨੇ, ਨਕਲੀ ਕਿਸਾਨ ਸੰਗਠਨ ਉਹਨਾਂ ਦੇ ਕਾਇਮ ਕੀਤੇ ਹੋਏ ਨੇ। ਉਹ ਕੋਈ ਸੰਗਠਨ ਇਹਨਾਂ ਦੇ ਵਿੱਚ ਹੈ ਨਹੀਂ। ਜਿਹੜੇ ਧਰਨਾਕਾਰੀ ਨੇ, ਅੰਦੋਲਨਕਾਰੀ ਨੇ, ਉਹ ਬਾਹਰੋਂ ਇਕੱਠੇ ਕਰਕੇ ਤੇ ਲੋਕਾਂ ਨੂੰ ਇਹ ਭਰਮ ਬਣਾਉਣਾ ਚਾਹੁੰਦੇ ਨੇ ਕਿ ਭਾਈ ਆਹ ਜਿਹੜੇ ਕਿਸਾਨ ਹੈ ਇਹ ਤਾਂ ਬਿਲਕੁਲ ਰਾਜੀ ਨੇ, ਇਹ ਤਾਂ ਕਹਿੰਦੇ ਨੇ ਸਾਨੂੰ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਦੀ ਮਤਲਬ ਬਿਲਕੁਲ ਠੀਕ ਨੇ। ਉਹ ਇਦਾਂ। ਇਹ ਹੁਣ ਆਖਰੀ ਸਵਾਲ ਹੈਗਾ, ਹੁਣ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਇੱਥੇ ਰਵਾਂਗੇ, ਇੱਥੇ ਜਿਹੜੇ ਪੰਜਾਬ ਦੇ ਵਿੱਚ ਹੋਰ ਲੋਕ ਜਿਹੜੇ ਅਜੇ ਤੱਕ ਨਹੀਂ ਪਹੁੰਚੇ, ਤੁਹਾਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਵੀ ਸੱਦਣ ਦੀ ਲੋੜ ਹੈਗੀ ਇੱਥੇ, ਤਾਂ ਕਿ ਜੇ ਰਣਨੀਤੀ ਇਹੀ ਹੈ, ਇੱਥੋਂ ਹੀ ਗੱਲ ਚੱਲਣੀ ਹੈ, ਤੇ ਇੱਥੇ ਤਾਦਾਦ ਵੀ ਬਣੀ ਰਹਿਣੀ ਜ਼ਰੂਰੀ ਹੈਗੀ ਜਾਂ ਵਧਣੀ ਜ਼ਰੂਰੀ ਹੈਗੀ ਹੈ, ਕਿਉਂਕਿ ਬੀਜੇਪੀ ਦਾ, ਸਰਕਾਰ ਦਾ, ਪ੍ਰਧਾਨ ਮੰਤਰੀ ਦਾ ਰੁਖ ਤੇ ਉਹੀ ਹੈ। ਬਿਲਕੁਲ ਜੀ, ਬਿਲਕੁਲ। ਅਸੀਂ ਆਪਣੀ ਮੀਟਿੰਗ ਦੇ ਵਿੱਚ ਹੁਣ ਪਾਲਿਸੀ ਅਗਲੀ ਘੜਾਂਗੇ ਔਰ ਕੋਸ਼ਿਸ਼ ਕਰਾਂਗੇ, ਅਸੀਂ ਕਵਾਂਗੇ ਕਿ ਭਾਈ ਹਰ ਇੱਕ ਨਗਰ ਦੇ ਵਿੱਚੋਂ ਹਰ ਪਰਿਵਾਰ ਚੋਂ ਇੱਕ ਸਦੱਸਿਆ ਜ਼ਰੂਰ ਆਓ। ਤੇ ਦੂਜੀ ਗੱਲ ਇਹ ਵੀ ਅਸੀਂ ਇਹ ਵੀ ਕਹਾਂਗੇ ਆਪਣੀਆਂ ਟਰਮਾਂ ਬਣਾ ਲਓ, ਇਹ ਹੁਣ ਲੰਬਾ ਚੱਲਣ ਵਾਲਾ। ਤੇ ਜੇਕਰ ਆਪਾਂ ਅੱਜ ਇੱਥੋਂ ਮੁੜ ਕੇ ਜਾਣਾ ਤੇ ਫਿਰ ਮੈਂ ਇਹ ਗੱਲ ਕਵਾਂਗਾ ਕਿਤੇ ਨਾ ਕਿਤੇ ਤੁਹਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨੇ ਦੀ ਗੱਲ ਹੈ। ਤੇ ਪੰਜਾਬ ਦੇ ਹੱਕਾਂ ਤੇ ਡਾਕਾ, ਕਿਉਂਕਿ ਮੈਂ ਜ਼ਿਆਦਾ ਪੰਜਾਬ ਦੀ ਗੱਲ ਤਦ ਕਰ ਰਿਹਾ, ਵੈਸੇ ਤਾਂ ਪੂਰੇ ਭਾਰਤ ਦੇ ਕਿਸਾਨਾਂ ਦੀ ਗੱਲ ਹੈ, ਕਿਉਂਕਿ ਜ਼ਿਆਦਾ ਇੱਥੇ ਜਿਹੜੀ ਤਾਦਾਦ ਹੈ ਉਹ ਪੰਜਾਬੀਆਂ ਦੀ ਹੈ। ਇਸ ਕਰਕੇ ਮੈਂ ਕਹੂੰਗਾ ਕਿ ਜੋ ਹਰਿਆਣੇ ਵਾਲੇ ਤੇ ਪੰਜਾਬ ਵਾਲੇ ਖਾਸ ਕਰ, ਜਿਨ੍ਹਾਂ ਦੀ ਇੱਥੇ ਗਿਣਤੀ ਬਹੁ ਗਿਣਤੀ ਹੈ, ਤੁਹਾਡੇ ਹੱਕਾਂ ਤੇ ਡਾਕਾ, ਤੁਹਾਡੇ ਸੂਬੇ ਦੇ ਅਧਿਕਾਰਾਂ ਦੇ ਹੱਕਾਂ ਤੇ ਡਾਕਾ, ਤੁਹਾਡੇ ਸੂਬੇ ਦੇ ਅਧਿਕਾਰਾਂ ਨੂੰ ਲੁੱਟਣ ਵਾਲੀ ਗੱਲ ਹੋ ਰਹੀ ਹੈ। ਇਸ ਕਰਕੇ ਪ੍ਰਣ ਕਰ ਲਓ ਵੀ ਮਗਰ ਕਿਤੇ ਚੱਲੀ ਜਾਣਗੇ, ਪਰ ਆਹ ਅੰਦੋਲਨ ਇਦਾਂ ਹੀ ਰਹਿਣਾ ਚਾਹੀਦਾ। ਮੈਂ ਕਹਿੰਦਾ ਜ਼ਰੂਰ ਵਧਾਉਣ ਦੀ ਲੋੜ ਨਹੀਂ ਕੋਈ ਸਾਨੂੰ ਇਹਨੂੰ, ਪਰ ਇਹ ਤੋਂ ਕੱਟਣਾ ਨਹੀਂ ਚਾਹੀਦਾ। ਮੈਂ ਅਪੀਲ ਕਰੂੰਗਾ ਜਿੰਨੇ ਸਾਡੇ ਕਿਸਾਨ ਵੀਰ ਆਏ ਨੇ, ਕੋਈ ਵੀ ਬੰਦਾ ਟਰਾਲੀ ਮੋੜ ਕੇ ਨਾਲ ਜਾਓ, ਪਿੰਡ ਨਗਰਾਂ ਦੇ ਵਿੱਚੋਂ ਗੱਡੀਆਂ 'ਚ ਆਓ। ਜੇ ਇੱਥੇ 10 ਬੰਦੇ ਟਰਾਲੀ 'ਚ ਹੈਗੇ ਨੇ, ਇਹਨਾਂ 'ਚੋਂ 10 'ਚੋਂ ਅਦਲੀ ਬਦਲੀ ਕਰ ਲਓ। ਜਾਣਾ ਚਾਹੁੰਦੇ ਨੇ 2-4 ਦਿਨ ਘਰ ਵਾਸਤੇ ਜਾਇਓ। ਅਸੀਂ ਤਾਂ ਨਹੀਂ ਗਏ, ਮੈਂ 25 ਤਰੀਕ ਤੋਂ ਘਰੋਂ ਤੁਰਿਆ, ਅਸੀਂ ਵੀ ਨਹੀਂ ਗਏ, ਅਸੀਂ ਵੀ ਇੱਥੇ ਹੀ ਆ, ਆਪਾਂ ਇੱਥੇ ਹੀ ਆ। ਔਰ ਇਹ ਘਰਦਿਆਂ ਨੂੰ ਕਹਿ ਦਿੱਤਾ ਜਾਣਾ ਵੀ ਨਹੀਂ, ਇੱਥੇ ਲੱਗੇ ਸਾਲ, ਇੱਥੇ ਲੱਗਣ 2 ਸਾਲ 4 ਸਾਲ, ਬਿਲਕੁਲ ਘਰ ਵੱਲ ਨੂੰ ਨਹੀਂ ਦੇਖਾਂਗੇ ਮੁੜ ਕੇ। ਉਦਣ ਜਾਵਾਂਗੇ ਜਿੱਦਣ ਜਿੱਤ ਕੇ ਜਾਵਾਂਗੇ, ਜਿੱਦਣ ਇਹ ਜਿਹੜੇ ਕਾਨੂੰਨ ਹੈ ਵਾਪਸ ਕਰਾ ਕੇ ਰਿਪੀਲ ਕਰਾ ਕੇ ਜਾਵਾਂਗੇ, ਫੇਰ ਜਾਵਾਂਗੇ, ਨਹੀਂ ਤਾਂ ਨਹੀਂ ਜਾਵਾਂਗੇ। ਸੋ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਵਿੱਚ ਸੰਬੋਧਨ ਕਰਦੇ ਨੇ। ਸਰਕਾਰ ਦਾ ਰੁਖ ਉਹੀ ਹੈਗਾ, ਪਰ ਦੂਜੇ ਪਾਸੇ ਚੰਗੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਦਾ, ਕਿਸਾਨਾਂ ਦਾ ਰੁਖ ਵੀ ਉਹੀ ਹੈਗਾ ਕਿ ਜਦੋਂ ਵਾਪਸ ਪਰਤਾਂਗੇ ਬਿੱਲ ਰੱਦ ਕਰਵਾ ਕੇ ਪਰਤਾਂਗੇ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਪਾਟਿਆ, ਦੈਨਿਕ ਸਵੇਰਾ, ਦਿੱਲੀ।
वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648